देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। इस वे हर पोलीटिकल पार्टी की जी स्टेक है आ जी लगी हुई है BC SC भाईचारे के उपर उन्होंने इस वे लगी है क्योंकि इन्हों की बहुत मेजोरिटी है। डिप्टी CM बनाना ये साडा जिन्ना देश का भाईचारा है वो अपने माण महसूस करेगा, ये पॉलिटिक्स में आएगा, पढ़िया लिखा तबका भी ये पॉलिटिक्स में आएगा। क्योंकि श्रोमणी अकाली दल का इतिहास ये है कि जो कहीदा करीदा, ते कांग्रेस का इतिहास ये है कि जो कहना वो उल्ट करना। दैनिक सवेरा देख रहे हो तुसीं ते मैं हिम्मत सिंह दिगपाल। ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜੀਆਂ ਕਿ ਤਿਆਰੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਚਾਹੇ ਉਹ ਵੱਡੀਆਂ ਰੈਲੀਆਂ ਦੇ ਥਰੂ ਲੋਕਾਂ ਤੱਕ ਪਹੁੰਚ ਕਰ ਰਹੇ ਹਨ ਜਾਂ ਫਿਰ ਕਾਨਫਰੰਸਾਂ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਪਰ ਗੱਲ ਜੇਕਰ ਰੈਲੀਆਂ ਦੀ ਕਰੀਏ ਤਾਂ ਰੈਲੀਆਂ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਤੋਂ ਪਾਬੰਦੀ ਵੀ ਲੱਗ ਗਈ ਹੈ ਕੋਵਿਡ ਨੂੰ ਦੇਖਦੇ ਆ। ਪਰ ਇਸ ਤੋਂ ਇਲਾਵਾ ਫਿਰ ਵੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਸਾਰਿਆਂ ਦੇ ਵੱਲੋਂ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਇੱਕ ਅਹਿਮ ਮੁੱਦਾ ਹੁੰਦਾ ਹੈ ਕਿ ਜਿੰਨੀਆਂ ਵੀ ਪਾਰਟੀਆਂ ਹੁੰਦੀਆਂ ਉਹਨਾਂ ਵੱਲੋਂ ਇੱਕ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਂਦਾ ਹੈ ਜਿਹਦੇ ਆਧਾਰ ਤੇ ਜਿਹੜੇ ਕਿ ਸੂਬੇ ਦੇ ਲੋਕ ਨੇ ਚੋਣ ਮੈਨੀਫੈਸਟੋ ਪੜ੍ਹਦੇ ਨੇ ਦੇਖਦੇ ਨੇ ਤਾਂ ਉਹਦੇ ਆਧਾਰ ਤੇ ਜਿਹੜੀ ਕਿ ਪੰਜਾਬ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਚੁਣਦੇ ਨੇ। ਗੱਲ ਜੇਕਰ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਵੱਲੋਂ ਹੁਣ ਇੱਕ ਵੱਡਾ ਜਿਹੜਾ ਕਿ ਵੱਡਾ ਐਲਾਨ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੀਤੇ ਦਿਨ ਹੀ ਕੀਤਾ ਗਿਆ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਡਿਪਟੀ CM ਹੈ ਉਹ ਦਲਿਤ ਭਾਈਚਾਰੇ ਵੱਲੋਂ ਚੁਣਿਆ ਜਾਵੇਗਾ। ਸੋ ਇਸ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਨ ਜਾਵਾਂਗੇ। ਚਰਨਜੀਤ ਸਿੰਘ ਅਟਵਾਲ ਉਹਨਾਂ ਨਾਲ ਸਾਡੇ ਨਾਲ ਮੌਜੂਦ ਨੇ। ਇਹਨਾਂ ਬਾਰੇ ਤੁਹਾਨੂੰ ਥੋੜੀ ਜਿਹੀ ਮੈਂ ਜਾਣਕਾਰੀ ਦੇ ਦੇਣਾ ਨਾ। ਅਟਵਾਲ ਸਾਹਿਬ ਨੇ ਜਿਹੜੇ ਕਿ ਦੇਸ਼ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਨੇ, ਪੰਜਾਬ ਦੇ ਵਿੱਚ ਸਪੀਕਰ ਰਹਿ ਚੁੱਕੇ ਨੇ 2 ਵਾਰੀ, ਕਾਫੀ ਰਾਜਨੀਤੀ ਦੇ ਵਿੱਚ ਇਹਨਾਂ ਦਾ ਕਾਫੀ ਤਜਰਬਾ ਹੈ, ਤਕਰੀਬਨ 40 ਸਾਲ ਤੋਂ ਵੱਧ ਇਹਨਾਂ ਦਾ ਰਾਜਨੀਤੀ ਦੇ ਵਿੱਚ ਤਜਰਬਾ ਹੈ। ਗੱਲਬਾਤ ਕਰ ਲੈਂਦੇ ਅਟਵਾਲ ਸਾਹਿਬ। ਜੇਕਰ ਵਰਲਡ ਵਾਈਜ਼ ਗੱਲ ਕੀਤੀ ਜਾਵੇ ਤਾਂ ਵਰਲਡ ਦੇ ਵਿੱਚ ਵੀ ਕਈ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਇਹ ਮੈਂਬਰ ਵੀ ਰਹਿ ਚੁੱਕੇ ਨੇ। ਬਾਕੀ ਜ਼ਿਆਦਾ ਜਾਣਕਾਰੀ ਲਈ ਅਟਵਾਲ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ। ਅਟਵਾਲ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ TV ਤੇ। ਤੁਹਾਡਾ ਜੀ ਮੈਂ ਵੀ ਬਹੁਤ ਧੰਨਵਾਦ ਕਿਉਂਕਿ ਮੈਂ ਸਮਝਦਾ ਕਿ ਤੁਸੀਂ ਮੈਨੂੰ ਮੇਰੇ ਦੇਸ਼ ਵਾਸੀਆਂ ਦੇ ਨਾਲ ਗੱਲ ਕਰਨ ਦਾ ਮੌਕਾ ਦਿੱਤਾ, ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ। ਅਟਵਾਲ ਸਾਹਿਬ ਜਿਵੇਂ ਕਿ ਪੰਜਾਬ ਤੇ ਦੇਸ਼ ਦੀ ਤਾਂ ਮੈਂ ਗੱਲ ਕਰ ਹੀ ਗਿਆ, ਇਸ ਤੋਂ ਇਲਾਵਾ ਤੁਸੀਂ ਕਿਹੜੀਆਂ ਸੰਸਥਾਵਾਂ ਨਾਲ ਜੁੜੇ ਰਹੇ ਹੋ? ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਤੁਸੀਂ ਆਪਣਾ ਵਰਲਡ ਵਾਈਜ਼ ਵੀ ਕਾਫੀ ਜਗ੍ਹਾ ਘੁੰਮੇ ਹੋ, UN ਨੂੰ ਵੀ ਜਾ ਕੇ ਆਏ ਹੋ, ਕਿਵੇਂ ਦੇਖਦੇ ਹੋ? ਦੇਖੋ ਮੈਂ ਸਮਝਦਾ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੈਂ ਸਮਝਦਾ ਕਿ ਮੈਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਉਹਨਾਂ ਨੇ ਜਿੱਥੇ ਵੀ ਕਿਤੇ ਪਿਆਰ ਦੇਣ ਦੀ ਗੱਲ ਆਈ ਹੈ। ਮਿਸਾਲ ਦੇ ਤੌਰ ਤੇ ਮੈਂ MLA ਤਾਂ ਬਣਿਆ ਹੀ ਹਲਕਾ ਕੂਮਕਲਾ ਤੋਂ 97 ਤੋਂ। ਮੈਂ ਇਸ ਸਿਆਸਤ ਵਿੱਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਪੋਲੀਟੀਕਲ ਫੀਲਡ ਵਿੱਚ ਮੈਂ ਜਿਹੜਾ ਆਇਆ ਮੈਂ 1957 ਤੋਂ ਪੋਲੀਟਿਕਸ ਵਿੱਚ ਆਇਆ ਔਰ 1969 ਚ ਮੈਂ ਪਹਿਲੀ ਵਾਰ ਲੁਧਿਆਣਾ ਵੈਸਟ ਤੋਂ ਇਲੈਕਸ਼ਨ ਲੜੀ, ਹਾਰ ਗਿਆ ਮੈਂ ਉਹਦੇ ਵਿੱਚੋਂ। ਉਸ ਤੋਂ ਬਾਅਦ ਮੈਂ 1977 ਚ ਆ ਕੇ ਐਮਰਜੈਂਸੀ ਤੋਂ ਬਾਅਦ 13 ਮਹੀਨੇ ਮੈਂ ਸਾਹਿਬ ਬਾਦਲ ਸਾਹਿਬ ਨਾਲ ਔਰ ਟੋੜਾ ਸਾਹਿਬ ਨਾਲ ਲੁਧਿਆਣੇ ਬਾਦਲ ਸਾਹਿਬ ਦੇ ਨਾਲ ਔਰ ਟੋੜਾ ਸਾਹਿਬ ਦੇ ਨਾਲ ਮੈਂ ਫਿਰੋਜ਼ਪੁਰ ਜੇਲ੍ਹ ਕੋਈ 13 ਕੁ ਮਹੀਨੇ ਉੱਥੇ ਉਹਨਾਂ ਦੇ ਨਾਲ ਮੈਨੂੰ ਗੁਜ਼ਾਰਨ ਦਾ ਮੌਕਾ ਮਿਲਿਆ। ਬਾਦਲ ਸਾਹਿਬ ਨੂੰ ਮੈਨੂੰ ਸਮਝਣ ਦਾ, ਮੇਰੀ ਸੋਚ ਨੂੰ ਸਮਝਣ ਦਾ ਮੌਕਾ ਮਿਲਿਆ। ਅਸੀਂ ਇੱਕ ਦੂਸਰੇ ਨੂੰ ਬਹੁਤ ਲਾਗੇ ਤੋਂ ਹੋ ਕੇ ਦੇਖਿਆ। ਤੋ ਇਸ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦ ਕਦੇ ਵੀ ਕੋਈ ਦਲਿਤ ਭਾਈਚਾਰੇ ਦੇ ਬਾਰੇ ਗੱਲ ਆਈ, ਉਹਨਾਂ ਨੂੰ ਕੋਈ ਬੈਨੀਫਿਟ ਦੇਣ ਦਾ ਮੌਕਾ ਆਇਆ ਤਾਂ ਉਹਨੇ ਮੇਰੇ ਨਾਲ ਜ਼ਰੂਰ ਉਹਨਾਂ ਨੇ ਕੰਸਲਟ ਕੀਤਾ, ਸਲਾਹ ਦਿੱਤੀ ਔਰ ਮੈਨੂੰ ਮੌਕਾ ਵੀ ਦਿੱਤਾ। ਮਿਸਾਲ ਦੇ ਤੌਰ ਤੇ 1997 ਵਿੱਚ ਮੈਨੂੰ ਯਾਦ ਆ ਜਦੋਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾਉਣਾ ਸੀ, ਮੈਂ ਸਮਝਦਾ ਕਿ ਮੈਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਕਈ ਲੋਕ ਮੈਂ ਜਿਉਂ ਤੋਂ ਤਕਰੀਬਨ ਐਕਟਿਵ ਪੋਲੀਟਿਕਸ ਵਿੱਚ ਹੋਇਆ ਉਦੋਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਜਦੋਂ ਤੋਂ ਉਹ ਅਕਾਲੀ ਦਲ ਵਿੱਚ ਆਏ ਤੇ ਮੈਂ ਉਦੋਂ ਤੋਂ ਮੇਰਾ ਉਹਨਾਂ ਨਾਲ ਪਿਆਰ ਸਤਿਕਾਰ ਬਹੁਤ ਵੱਧ ਗਿਆ। 77 ਵਿੱਚ ਮੈਂ ਚੋਣ ਲੜੀ ਅਕਾਲੀ ਦਲ 'ਚ। ਮੈਂ ਜਿਵੇਂ ਕਿਹਾ ਕਿ ਮੈਂ 1957 'ਚੋਂ ਦਾਖਲ ਹੋ ਗਿਆ ਸੀ ਤੇ ਉਸ ਵੇਲੇ ਮੈਂ ਜਿੱਤਿਆ। ਉਸ ਤੋਂ ਬਾਅਦ ਫਿਰ 1985 ਨੂੰ ਮੈਂ ਫਿਰ ਮੈਂਬਰ ਪਾਰਲੀਮੈਂਟ ਰੋਪੜ ਤੋਂ ਬਣਿਆ, ਪਹਿਲੋਂ ਹਲਕਾ ਦਾਖਾ ਤੋਂ MLA ਬਣਿਆ। 1985 ਤੋਂ ਮੈਂ
ਰੋਪੜ ਤੋਂ ਉਥੋਂ ਮੈਂਬਰ ਪਾਰਲੀਮੈਂਟ ਬਣਿਆ। ਔਰ ਉਸ ਤੋਂ ਬਾਅਦ ਫਿਰ ਮੈਂ 1990-91 ਚ ਜਿਹੜੀਆਂ ਚੋਣਾਂ ਸੀ ਅਸੈਂਬਲੀ ਦੀਆਂ, ਉਹਨਾਂ ਵਿੱਚ ਅਸੀਂ ਖੜੇ ਹੋਏ। ਲੇਕਿਨ ਸਾਡੀ ਪਾਰਟੀ ਨੇ ਅਜੇ ਅਸੀਂ ਅਗਲੇ ਦਿਨ ਵੋਟਾਂ ਪੈਣੀਆਂ ਸੀ ਤਾਂ ਮੇਰਾ ਖਿਆਲ ਹੈ ਚੰਦਰ ਸ਼ੇਖਰ ਜੀ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਸਨ ਔਰ ਉਹਨਾਂ ਨੇ ਮੇਰਾ ਖਿਆਲ ਪੋਸਟਪੋਨ ਕਰਤੀਆਂ। ਤੋ ਇਸ ਕਰਕੇ 97 ਵਿੱਚ ਜਦੋਂ ਮੈਂ ਆ ਕੇ MLA ਹਲਕਾ ਕੂਮ ਕਲਾਂ ਤੋਂ ਬਣਿਆ ਤਾਂ ਫਿਰ ਬਾਦ ਸਾਹਿਬ ਉਹਨਾਂ ਨੇ ਮੈਨੂੰ ਉਸ ਵੇਲੇ ਪੰਜਾਬ ਅਸੈਂਬਲੀ ਦਾ ਸਪੀਕਰ ਬਣਾਉਣ ਦੇ ਬਾਰੇ ਸੋਚਿਆ। ਕਈ ਵਾਰ ਹੁੰਦਾ ਇਨਸਾਨ ਸੋਚਦਾ ਕੁਝ ਹੋਰ ਆ, ਪਰਮਾਤਮਾ ਕੁਝ ਹੋਰ ਕਰਦਾ। ਯਕੀਨ ਮੰਨਿਆ ਜੇ ਮੈਂ ਸਪੀਕਰ ਨਹੀਂ ਸੀ ਬਣਨਾ ਚਾਹੁੰਦਾ, ਮੈਂ ਚਾਹੁੰਦਾ ਸੀ ਕਿ ਮੇਰਾ ਸ਼ੁਰੂ ਤੋਂ ਏਮ ਹੈ, ਤੁਸੀਂ ਮੇਰੀਆਂ ਸਪੀਚਾਂ ਵੀ ਪੜ੍ਹ ਲਓ, ਚਾਹੇ ਪੰਜਾਬ 'ਚ ਨੇ ਚਾਹੇ ਕਿਤੇ ਦੇਸ਼ ਦੇ ਕਿਸੇ ਕੋਨੇ 'ਚ ਮੈਂ ਕੀਤੀ ਹੈ ਸਪੀਚ ਕੀਤੀ ਹੈ ਜਾਂ ਮੈਂ ਬਾਹਰਲੇ ਮੁਲਕਾਂ 'ਚ ਕਿਤੇ ਕੀਤੀ ਹੈ, ਤਾਂ ਮੈਂ ਇਹੋ ਹੀ ਕਿਹਾ ਕਿ ਮੈਂ ਐਜੂਕੇਸ਼ਨ ਦੇ ਬਾਰੇ ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ, ਕਿਉਂਕਿ ਉਹਨਾਂ ਨੇ ਕਿਹਾ, ਮੈਂ ਉਹਦਾ ਪਾਸ਼ਕ ਹਾਂ, ਉਹਨਾਂ ਨੇ ਕਿਹਾ ਐਜੂਕੇਟ, ਯੂਨਾਈਟ ਐਂਡ ਸਟਰਗਲ। ਸਭ ਤੋਂ ਪਹਿਲਾਂ ਉਹਨਾਂ ਨੇ ਐਜੂਕੇਸ਼ਨ ਨੂੰ ਪ੍ਰੈਫਰ ਕੀਤਾ। ਇਸ ਲਈ ਮੈਂ ਹਮੇਸ਼ਾ ਜਦੋਂ ਤੋਂ ਸਿਆਸਤ 'ਚ ਆਇਆ, ਜਦ ਕਿਤੇ ਵੀ ਬੋਲਿਆ, ਮੈਂ ਕੋਸ਼ਿਸ਼ ਕੀਤੀ ਐਜੂਕੇਸ਼ਨ ਨੂੰ ਮਤਲਬ ਅੱਗੇ ਲਿਜਾਇਆ ਜਾਵੇ ਔਰ ਸਮਾਨ ਐਜੂਕੇਸ਼ਨ ਲਈ ਖਾਸ ਕਰਕੇ ਮੈਂ ਬੇਨਤੀ ਕਰਦੇ ਹਾਂ ਕਿ ਮੈਨੂੰ ਜਿੱਥੇ ਦੇਸ਼ ਦਾ ਡਿਪਟੀ ਸਪੀਕਰ ਬਣਨ ਦਾ ਮਾਣ ਮਿਲਿਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਔਰ ਉਸ ਵੇਲੇ ਹੋਰ ਵੀ ਬਹੁਤ ਸਾਰੇ ਸਾਥੀਆਂ ਨੇ ਮੈਨੂੰ ਸਤਿਕਾਰ ਦਿੱਤਾ ਡਿਪਟੀ ਸਪੀਕਰ ਬਣਾ ਕੇ। ਇਸ ਤੋਂ ਇਲਾਵਾ ਜਿਵੇਂ ਤੁਸੀਂ ਕਿਹਾ ਕਿ ਵਰਲਡ ਵਾਈਜ਼ ਮੈਂ ਇਹ ਸਮਝਣਾ ਕਿ ਵੀ ਉਹਦੇ ਵਿੱਚ ਮੇਰੇ ਸਤਿਕਾਰਯੋਗ ਸਾਥੀ ਯੋਗੀ ਜੀ ਦਾ, ਜਿਹੜੇ ਉਸ ਵੇਲੇ ਜਦੋਂ ਮੈਂ ਗਿਆ ਤਾਂ ਲੋਕ ਸਭਾ 'ਚ ਫਲੋਰ ਤੋਂ ਜਿੱਤ ਕੇ ਜਦੋਂ ਮੈਂ ਗਿਆ ਤਾਂ ਉਸ ਵੇਲੇ ਫਿਰ ਮੈਂ ਡਿਪਟੀ ਸਪੀਕਰ ਯੂਨਾਨੀਮਸਲੀ ਬਣਿਆ ਔਰ ਇਹਦੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਵੱਡਾ ਹਿੱਸਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਦੁਨੀਆ ਵਾਈਜ਼ ਜਿਹੜਾ ਬਾਹਰ ਦੁਨੀਆ ਵਿੱਚ ਮੈਨੂੰ ਪਿਆਰ ਤੇ ਸਤਿਕਾਰ ਮਿਲਿਆ, ਮਿਸਾਲ ਦੇ ਤੌਰ ਤੇ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਹੈ। ਇਹ ਉਹ ਐਸੋਸੀਏਸ਼ਨ ਹੈ ਜਿਨ੍ਹਾਂ ਮੁਲਕਾਂ ਦੇ ਉੱਪਰ ਅੰਗਰੇਜ਼ ਨੇ ਹੁਕੂਮਤ ਕੀਤੀ ਹੈ। ਮੈਂ ਇਸ ਪਾਰਲੀਮੈਂਟਰੀ ਐਸੋਸੀਏਸ਼ਨ ਦਾ 5-6 ਸਾਲ ਉਹਦਾ ਐਗਜ਼ੈਕਟਿਵ ਦਾ ਮੈਂਬਰ ਵੀ ਰਿਹਾ ਔਰ ਉਹਦਾ ਵਾਈਸ ਚੇਅਰਮੈਨ ਵੀ ਮੈਂ ਚੁਣਿਆ ਗਿਆ। ਇਸੇ ਤਰ੍ਹਾਂ ਦੂਸਰੀ ਸਾਡੀ ਐਸੋਸੀਏਸ਼ਨ ਹੈ ਵਰਲਡ ਦੀ ਡੈਮੋਕ੍ਰੇਟਿਕ ਕੰਟਰੀਜ਼ ਦੀ, ਉਹ ਹੈ ਇੰਟਰ ਪਾਰਲੀਮੈਂਟਰੀ ਯੂਨੀਅਨ। तो उस दे ने तकरीबन 177-180 मुल्क और हर देश दे उहदे है ने कोई 40-50 डेलीगेट हर मुल्क तो जाते हैं। उस दा मैनू मौका मिलिया कि मैं जिवें अज फॉर एग्जाम्पल बोलदा रात नूं बोलदा, अगले दिन जदों आउणा मैं तो मैनू कनेडा और फ्रांस के स्पीकर मिलते हैं। मैनू कहन लगे मिस्टर सिंह हैव यू एनी ऑब्जेक्शन if you put your name for the internal audit member? मैं कहा I will let you know after 30 minutes, क्योंकि मैनू इस दे बारे पहलों कोई ज्ञान नहीं सी। मैं आके अपने सैकटरी ने जिस वेले सलाह की, वो कहता सरदार साहब इस तो वड्डी ऑनर हो ही नहीं सकती वर्ल्ड च। मैं गया, उन्होंने अद्धे घंटे बाद मेरे को कनेडा और फ्रांस के स्पीकर आए, कहने लगे मिस्टर सिंह वट हैव यू डिसाइडेड? मैं आख्या क्योंकि मेरे सैकटरी बड़ा सियाना सी VR रमेश, उन्हें सारिया ना कंसल्ट जिन्हें करने की लोड़ सी उन्हें कर लिया। मीन वाइल मैं क्या गो ऑन हैड फ्रांस के स्पीकर और कनेडा स्पीकर मैं क्या आई विल कंटेस्ट द इलैक्शन। उन्होंने मैनू याद आ कनेडा के स्पीकर ने मेरा नाम पेश किया इंटरनल ऑडिट मैंबर लिए, जिहड़ी ये संस्था 177 मुल्कों की डेमोक्रेटिक संस्था, और फ्रांस के स्पीकर ने सैकंड किया, थर्ड किया इंग्लैंड ने और फोर्थ किया पाकिस्तान ने। मेरी जदों होया इलैक्शन हुई मैं जित गया, यूनानिमसली जित गया। हाउस तो तुसीं यकीन मन्निओ हाउस का ताड़ियां मारे तो मैं बैठा सोचा मैं चरणजीत सिंह तो एक सधारण परिवार च जम्मे हो, पछड़े परिवार च जम्मे हो, सरकारी स्कूल च तू विद्या लई और गुरु महाराज ने किन्ने तेरे ते
ਕਿਰਪਾ ਕੀਤੀ ਹੈ ਕਿ ਅੱਜ ਦੁਨੀਆ ਲੈਵਲ ਤੇ ਤੈਨੂੰ ਮਾਣ ਸਤਿਕਾਰ ਮਿਲ ਰਿਹਾ। ਔਰ ਮੈਨੂੰ ਇਸ ਗੱਲ ਦਾ ਵੀ ਕਈ ਵਾਰ ਮੈਂ ਸੋਚਦਾ, ਜਦੋਂ ਮੈਂ ਕਹਿੰਦਾ ਕਿ ਗੁਰੂ ਮਹਾਰਾਜ ਦੀ ਕਿੰਨੀ ਕਿਰਪਾ ਕਿ ਮੈਨੂੰ UN ਵਿੱਚ 3-4 ਵਾਰ ਜਾ ਕੇ ਬੋਲਣ ਦਾ ਮੌਕਾ ਮਿਲਿਆ। ਔਰ ਮੈਂ ਸਮਝਦਾ ਕਿ ਭਾਰਤ ਦੀ ਦੇਸ਼ ਦੀ ਸਰਕਾਰ ਨੇ ਮੈਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਕਿ 125ਵਾਂ ਸਾਲਾ UN ਵਿੱਚ ਮਨਾਇਆ ਜਾ ਰਿਹਾ ਸੀ, ਉਹਦਾ ਉਹਨਾਂ ਨੇ ਮੈਨੂੰ ਜਿਹੜਾ ਸੀ ਬੋਲਣ ਵੱਲੋਂ ਦੇਸ਼ ਵੱਲੋਂ ਮੈਨੂੰ ਭੇਜਿਆ ਗਿਆ ਔਰ ਮੈਂ ਬੋਲਿਆ। ਉਹਦੇ 'ਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਮੈਂ ਇਸੇ ਹੀ ਗੱਲ 'ਤੇ ਜ਼ੋਰ ਦਿੱਤਾ ਹੈ, ਕਿਉਂਕਿ ਮੈਂ ਦੁਨੀਆ ਦਾ ਬਹੁਤ ਸਾਰਾ ਮੈਂ ਹਿੱਸਾ ਵੇਖਿਆ। ਮੈਨੂੰ ਕੋਈ ਐਸਾ ਮੁਲਕ ਨਹੀਂ ਮਿਲਿਆ ਜਿਸ ਮੁਲਕ ਦੇ ਵਿੱਚ 2 ਸਕੂਲ ਹੋਣ ਇੱਕ ਮੁਹੱਲੇ 'ਚ ਜਾਂ ਇੱਕ ਸ਼ਹਿਰ 'ਚ, ਔਰ ਉਹਦੇ 'ਚ 2 ਕਿਸਮ ਦਾ ਸਿਲੇਬਸ ਹੋਵੇ। ਇਹ ਹਿੰਦੁਸਤਾਨ ਹੀ ਹੈ ਇੱਕ ਕਿ ਜਿੱਥੇ ਗਰੀਬ ਦਾ ਬੱਚਾ ਸਰਕਾਰੀ ਸਕੂਲ ਚ ਪੜ੍ਹਦਾ ਉਹਦੇ ਲਈ ਸਿਲੇਬਸ ਹੋ ਰਿਹਾ, ਜਿੱਥੇ ਅਮੀਰ ਦਾ ਬੱਚਾ ਪੜ੍ਹਦਾ ਉਹ ਸੀ ਫਾਰ ਐਗਜ਼ਾਮਪਲ CBSE ਰਨ ਸਕੂਲ ਹੈ, ICS ਰਨ ਸਕੂਲ ਹੈ, ਉੱਥੇ ਬੱਚੇ ਦਾ ਸਿਲੇਬਸ ਹੋ ਰਿਹਾ। ਇਸ ਲਈ ਮੈਂ ਆ ਕੇ ਜਦੋਂ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਦਿਨ 'ਤੇ ਜਦੋਂ ਮੇਰੀ ਉਹਨਾਂ ਨੇ ਮੇਰੇ ਕੋਲ ਸਲਾਹ ਲਈ, ਕਿਉਂਕਿ ਸਾਰੇ ਕੈਬਨਿਟ ਦੇ ਮਿਨਿਸਟਰ ਸਨ, ਕੇਵਲ ਮੈਂ ਇਕੱਲਾ ਹੀ ਉਸ ਵਿੱਚ ਮੈਂਬਰ ਸੀ SC ਭਾਈਚਾਰੇ ਵੱਲੋਂ, ਸਾਰੇ ਦੇਸ਼ ਦੇ ਪੋਲੀਟੀਕਲ ਵੱਲੋਂ, ਔਰ ਬਾਅਦ ਵਿੱਚ ਮਿਸਟਰ ਸਾਡੇ ਯਾਦਵ ਜੀ ਉਹ ਵੀ ਉਹਦੇ ਵਿੱਚ ਸ਼ਾਮਲ ਹੋਏ। ਤਾਂ ਮੈਂ ਉੱਥੇ ਵੀ ਸਟ੍ਰੈਸ ਕੀਤਾ ਸੀ, ਮੈਂ ਕਿਹਾ ਕੋਈ ਕੌਮ, ਕੋਈ ਧਰਮ, ਕੋਈ ਦੇਸ਼ ਉਨੀ ਦੇਰ ਤੱਕ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਕਿ ਉਸ ਦੇਸ਼ ਦੀ ਐਜੂਕੇਸ਼ਨ ਅੱਛੀ ਨਹੀਂ ਹੈ, ਚੰਗੀ ਨਹੀਂ ਹੈ। ਫਿਰ ਮੈਨੂੰ ਕਹਿਣ ਲੱਗੇ, ਮੈਂ ਕਿਹਾ ਜੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਆਪਾਂ 125ਵਾਂ ਸਾਲਾ ਦਿਨ ਮਨਾ ਰਹੇ ਹਾਂ। ਮੈਂ ਮੋਦੀ ਸਾਹਿਬ ਨੂੰ ਕਿਹਾ, ਮੈਂ ਮੋਦੀ ਸਾਹਿਬ ਸਾਨੂੰ ਰਿਜ਼ਰਵੇਸ਼ਨ ਦੇ ਦਿੱਤੀ, ਮਿਲ ਗਈ ਰਿਜ਼ਰਵੇਸ਼ਨ, ਅਸੀਂ ਹਵਾਨਾ ਤੋਂ ਇਨਸਾਨ ਬਣੇ, ਹੁਣ ਸਾਨੂੰ ਰਾਈਟ ਟੂ ਐਜੂਕੇਸ਼ਨ ਵੀ ਮਿਲ ਗਿਆ, ਤੁਸੀਂ ਸਾਨੂੰ ਕੀ ਦਿਓਗੇ? ਤਾਂ ਉਹ ਮੈਨੂੰ ਕਹਿਣ ਲੱਗੇ ਤੁਹਾਡਾ ਕੀ ਮਤਲਬ ਹੈ ਇਸ ਗੱਲ ਤੋਂ? ਮੈਂ ਕਿਹਾ ਜੀ ਮੈਂ ਚਾਹੁੰਦਾ ਕਿ ਜੇ ਤੁਸੀਂ ਦੇਣਾ ਹੀ 125ਵਾਂ ਸਾਲਾ ਬਾਬਾ ਸਾਹਿਬ ਦੇ ਡਾਕਟਰ ਅੰਬੇਦਕਰ ਜੀ ਦੇ ਦਿਨ 'ਤੇ, ਤਾਂ ਮੈਂ ਕਿਹਾ ਤੁਸੀਂ ਸਾਨੂੰ ਰਾਈਟ ਐਜੂਕੇਸ਼ਨ ਦਿਓ। ਉਹ ਕਹਿਣ ਲੱਗੇ ਤੁਹਾਡਾ ਰਾਈਟ ਐਜੂਕੇਸ਼ਨ ਤੋਂ ਕੀ ਮਤਲਬ ਆ? ਮੈਂ ਕਿਹਾ ਜੀ ਰਾਈਟ ਐਜੂਕੇਸ਼ਨ ਤੋਂ ਮੇਰਾ ਮਤਲਬ ਇਹ ਹੈ equal opportunity with equal syllabus to all children of the nation। तो मैं क्या ਬੱਚਿਆਂ ਨੂੰ ਜਿਹੜਾ ਹੈ ਇੱਕੋ ਜਿਹਾ ਸਿਲੇਬਸ, ਇੱਕੋ ਜਿਹੀ ਅਪਰਚੂਨਿਟੀਜ਼ ਮਿਲਣ, ਚਾਹੇ ਉਹ ਗਰੀਬ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹੇ, ਚਾਹੇ ਉਹ ਪ੍ਰਾਈਵੇਟ ਕਿਸੇ ਸੰਸਥਾ ਵੱਲੋਂ ਚਲਾਏ ਜਾ ਰਹੇ ਸਕੂਲ 'ਚ ਪੜ੍ਹੇ, ਬੱਚਿਆਂ ਨੂੰ ਅਪਰਚੂਨਿਟੀ ਇੱਕੋ ਜਿਹੀ ਮਿਲਣੀਆਂ ਚਾਹੀਦੀਆਂ। ਇਹ ਮੇਰਾ ਬੇਸ ਹੈ। ਅਤੇ ਇਹ ਮੈਂ ਗੱਲ ਕਹੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ। ਪਹਿਲੀ ਗੱਲ ਤਾਂ ਇਹ ਕਿ ਮੈਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਸਿਜਦਾ ਕਰਦਾ, ਸਤਿਕਾਰ ਭੇਟ ਕਰਦਾ, ਜਿਨ੍ਹਾਂ ਨੇ ਸਾਡੇ ਅੱਗੇ ਵਧਣ ਲਈ, ਹਵਾਨਾ ਤੋਂ ਇਨਸਾਨ ਬਣਨ ਲਈ ਸਾਨੂੰ ਇਹ ਰਿਜ਼ਰਵੇਸ਼ਨ ਲੈ ਕੇ ਦਿੱਤੀ। ਇਸ ਸਵਾਲ ਸਾਹਿਬ ਗੱਲ ਜੇਕਰ ਪੰਜਾਬ ਦੀ ਕਰੀਏ ਤਾਂ ਤੁਸੀਂ ਪੰਜਾਬ ਦੇ ਵਿੱਚ ਜਾਂ ਫਿਰ ਦੇਸ਼ ਦੇ ਵਿੱਚ ਜਾਂ ਫਿਰ ਵਰਲਡ ਵਾਈਡ ਦੇ ਵਿੱਚ, ਜਿਵੇਂ ਤੁਸੀਂ ਕਾਫੀ ਦਲਿਤ ਭਾਈਚਾਰੇ ਦੇ ਲੋਕਾਂ ਦਾ ਤੁਸੀਂ ਸਮਰਥਨ ਕਰਦੇ ਹੋ, ਉਹਨਾਂ ਦੇ ਹੱਕਾਂ ਦੇ ਵਾਸਤੇ ਤੁਸੀਂ ਲੜਦੇ ਵੀ ਆਏ ਹੋ, ਕਾਫੀ ਲੰਬਾ ਤਜਰਬਾ ਵੀ ਰਿਹਾ ਤੁਹਾਡਾ। ਹੁਣ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਜੀ ਵੱਲੋਂ ਜਿਹੜਾ ਐਲਾਨ ਕੀਤਾ ਗਿਆ, ਉਸ ਐਲਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਂ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ, ਦਿਲੋਂ ਧੰਨਵਾਦ ਕਰਦਾ, ਰਿਣੀ ਹਾਂ, ਕਿਉਂਕਿ ਮੈਂ ਸਮਝਦਾ ਕਿ ਦੇਸ਼ ਵਿੱਚ ਵੀ ਔਰ ਖਾਸ ਕਰਕੇ ਪੰਜਾਬ ਵਿੱਚ SC ਭਾਈਚਾਰੇ ਦੀਆਂ BSC ਭਾਈਚਾਰੇ ਦੀਆਂ ਇਹ ਜਿਹੜੀਆਂ ਨੇ ਵੋਟਾਂ ਨੇ ਇੱਥੇ ਬਹੁਤ ਨੇ, ਬਹੁਤ ਮੈਜੋਰਿਟੀ 'ਚ ਇਹ ਨੇ। ਯਾਨੀ ਜੇ ਆਪਾਂ SC ਭਾਈਚਾਰੇ ਦੀ ਵੋਟਿੰਗ ਲਾ ਲਈਏ ਤਾਂ ਇਹ ਵੀ ਸਾਡੇ ਭਾਈਚਾਰੇ ਦੇ 31% ਤੋਂ ਵੱਧ ਨੇ। ਜੇ BC ਨੂੰ ਨਾਲ ਮਿਲਾ ਲਈਏ, ਗਰੀਬਾਂ ਨਾਲ ਮਿਲਾ ਲਈਏ, ਫਿਰ ਸਾਡੀ ਜਿਹੜੀ BC ਤੇ SC ਦੀ ਵੋਟ 65% ਦੇ ਕਰੀਬਨ ਪੰਜਾਬ ਦੀ ਚਲੀ ਜਾਂਦੀ ਹੈ। ਇਸ ਵੇਲੇ ਹਰ ਪੋਲੀਟੀਕਲ ਪਾਰਟੀ ਦੀ ਜਿਹੜੀ ਸਟੇਕ ਹੈ ਉਹ ਜਿਹੜੀ ਲੱਗੀ ਹੋਈ ਆ BC SC ਭਾਈਚਾਰੇ ਦੇ ਉੱਪਰ, ਉਹਨਾਂ ਦੀ ਇਸ ਵੇਲੇ ਲੱਗੀ ਹੈ, ਕਿਉਂਕਿ ਇਹਨਾਂ ਦੀ ਬਹੁਤ ਮੈਜੋਰਟੀ ਆ। ਇਸ ਲਈ ਮੈਂ ਸਮਝਦਾ ਕਿ ਸਾਧ ਸੁਖਬੀਰ ਸਿੰਘ ਬਾਦਲ ਨੇ ਬਹੁਤ ਚੰਗਾ ਕੀਤਾ ਹੈ। ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਦਾ ਆਉਣ ਵਾਲੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਅਸੀਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ ਜਿਹੜਾ ਹੈ, ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਉਹਦੇ 'ਚ ਅਸੀਂ
ਜਿਹੜਾ ਡਿਪਟੀ ਸੀਐਮ ਆ, ਡਿਪਟੀ ਚੀਫ ਮਿਨਿਸਟਰ ਜਿਹੜਾ, ਅਸੀਂ ਉਹਨੂੰ ਬਣਾਵਾਂਗੇ। ਮੈਂ ਸਮਝਦਾ ਉਹਨਾਂ ਨੇ ਇਸ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜਨਮ ਦੇ ਉੱਪਰ ਜਿਹੜਾ ਇੱਕ ਇਹ ਐਲਾਨ, ਇੱਕ ਨਾਲ ਦੂਸਰਾ ਐਲਾਨ ਜਿਹੜਾ ਕੀਤਾ ਹੈ ਕਿ ਜਿਹੜਾ ਇੱਕ ਯੂਨੀਵਰਸਿਟੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ, ਮੇਰਾ ਖਿਆਲ ਟੈਕਨੀਕਲ ਯੂਨੀਵਰਸਿਟੀ ਜਾਂ ਹੋਰ ਕੋਈ ਯੂਨੀਵਰਸਿਟੀ ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਨਾਂ 'ਤੇ ਬਣਾਈ ਜਾਏਗੀ। ਇਸ ਲਈ ਮੈਂ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਾ, ਜਿਹੜਾ ਉਹਨਾਂ ਨੇ ਐਜੂਕੇਸ਼ਨ ਵਾਲੇ ਪਾਸੇ ਗੱਲ ਕੀਤੀ ਹੈ, ਸੋਚਿਆ ਹੈ ਕਿ ਇਹ ਗਰੀਬ ਭਾਈਚਾਰੇ ਨਾਲ ਜਿਹੜਾ ਸਦੀਆਂ ਤੋਂ ਧੱਕਾ ਹੁੰਦਾ ਆ ਰਿਹਾ, ਇਹਨਾਂ ਦੇ ਬੱਚਿਆਂ ਨੂੰ ਜਿਹੜਾ ਅਨਪੜ੍ਹ ਰੱਖਿਆ ਜਾਂਦਾ ਰਿਹਾ ਹੈ, ਇਹ ਸਰਕਾਰਾਂ ਜਾਣ-ਬੁੱਝ ਕੇ ਰੱਖਦੀਆਂ ਰਹੀਆਂ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਹਿਲਾਂ ਕੋਸ਼ਿਸ਼ ਕੀਤੀ ਹੈ, ਹੁਣ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਪਹਿਲਾ ਇਹ ਦੋ ਜਿਹੜੇ ਐਲਾਨ ਕੀਤੇ ਨੇ, ਮੈਂ ਸਮਝਦਾ ਕਿ ਅੱਜ ਹਿੰਦੁਸਤਾਨ ਦੀਆਂ, ਪੰਜਾਬ ਹੀ ਨਹੀਂ ਬਲਕਿ ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹ ਭਾਈਚਾਰੇ, ਗਰੀਬ ਭਾਈਚਾਰੇ, ਸ਼ਡਿਊਲ ਕਾਸਟ ਭਾਈਚਾਰੇ ਦੇ ਬਾਰੇ ਉਹ ਸੋਚਣਗੀਆਂ। ਔਰ ਮੇਰੀ ਇੱਕ ਸੋਚ ਹੈ, ਮੈਂ ਜਿਹੜੀ ਸੋਚਦਾ ਉਹ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਪਹਿਲ ਕੀਤੀ ਆ ਕਿ ਮੈਂ ਪੰਜਾਬ ਵਿੱਚ ਡਿਪਟੀ ਸੀਐਮ ਜਿਹੜਾ ਅਸੀਂ ਦਲਿਤ ਭਾਈਚਾਰੇ 'ਚ ਬਣਾਵਾਂਗੇ, ਮੈਂ ਸਮਝਣਾ ਹੁਣ ਤੁਸੀਂ ਵੇਖੋਗੇ, ਮੇਰੀ ਆਈ ਮੇ ਬੀ ਰੌਂਗ, ਲੇਕਿਨ ਮੈਂ ਸਮਝਣਾ ਕਿ ਬਹੁਤ ਸਾਰੀਆਂ ਦੇਸ਼ ਦੀਆਂ ਸਟੇਟਾਂ ਜਿਹੜੀਆਂ ਨੇ ਉਹ ਤੁਸੀਂ ਵੇਖੋਗੇ ਡਿਪਟੀ, ਈਵਨ ਚੀਫ ਮਿਨਿਸਟਰ ਤੱਕ ਵੀ ਜਿਹੜਾ ਹੈ, ਚਾਹੇ ਪੰਜਾਬ ਆ, ਦੂਸਰੀਆਂ ਪਾਰਟੀਆਂ ਦੇਖੋਗੇ ਕਿ ਪੰਜਾਬ ਵਿੱਚ ਜਿਹੜੀ ਚੋਣ ਆ ਰਹੀ ਆ ਉਹਦੇ 'ਚ ਪੰਜਾਬ ਵਿੱਚ ਵੀ ਅਤੇ ਹੋਰ ਸਟੇਟਾਂ ਵਿੱਚ ਵੀ ਤੁਸੀਂ ਵੇਖੋਗੇ ਕਈ ਪਾਰਟੀਆਂ ਸ਼ਡਿਊਲ ਕਾਸਟ ਚੀਫ ਮਿਨਿਸਟਰ ਬਣਾਉਣ ਲਈ ਡਿਕਲੇਅਰ ਕਰਨਗੀਆਂ। ਅਟਵਾਲ ਸਾਹਿਬ, ਕੀ ਤੁਹਾਨੂੰ ਲੱਗਦਾ ਕਿ ਜੇਕਰ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਡਿਪਟੀ ਸੀਐਮ ਤੁਸੀਂ ਚੁਣੇ ਜਾਓਗੇ? ਨਾ, ਮੇਰੇ ਬਾਪ ਦੇਖੋ, ਗੱਲ ਸੁਣੋ, ਮੈਂ ਇਹ ਨਹੀਂ ਕਹਿੰਦਾ, ਇਹ ਪਾਰਟੀ ਦਾ ਫੈਸਲੇ ਹੁੰਦੇ ਨੇ, ਪਾਰਟੀਆਂ ਦੇ ਨੇ। ਮੇਰਾ ਕੰਮ ਤਾਂ ਇਹ ਹੈ ਕਿ ਪਾਰਟੀ ਲਈ ਦੇਖੋ, ਮੈਂ 1957 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਸਿਪਾਹੀ ਦੇ ਕੰਮ ਕੀਤਾ। ਤੁਸੀਂ ਸਵਾਗਤ ਕਰ ਰਹੇ ਹੋ ਸੁਖਬੀਰ ਜੀ ਦੇ ਫੈਸਲੇ ਦਾ। ਕਾਂਗਰਸ ਸੱਤਾ ਦੇ ਵਿੱਚ ਹੈ, ਕਾਂਗਰਸ ਦੇ ਆਗੂ ਨੇ ਰਾਜਕੁਮਾਰ ਵੇਰਕਾ ਜੀ, ਉਹ ਕਹਿੰਦੇ ਨੇ ਕਿ ਅਟਵਾਲ ਸਾਹਿਬ 10 ਸਾਲ ਦੇ ਵਿੱਚ ਅਕਾਲੀ ਦਲ ਦੇ ਵਿੱਚ ਸਪੀਕਰ ਰਹਿੰਦੇ ਨੇ, ਉਦੋਂ ਕਿਉਂ ਨਹੀਂ ਸੁਖਬੀਰ ਉਹਨਾਂ ਦੇ ਵੱਲੋਂ ਉਹਨਾਂ ਨੂੰ ਕਿਉਂ, ਅੱਜ ਉਹ ਕਹਿ ਰਹੇ ਨੇ ਕਿ ਦਲਿਤ ਭਾਈਚਾਰਾ ਸੀਐਮ ਬਣਾਵਾਂਗੇ, ਉਦੋਂ ਕਿਉਂ ਨਹੀਂ ਅਕਾਲੀ ਦਲ ਨੂੰ ਯਾਦ ਆਈ? ਦੇਖੋ, ਮੈਂ ਆਪਣੀ ਗੱਲ ਨਹੀਂ ਕਰਦਾ, ਮੈਂ ਨਹੀਂ ਕਹਿੰਦਾ ਵੀ ਮੈਨੂੰ ਬਣਾਇਆ ਜਾ, ਲੇਕਿਨ ਮੈਂ ਤਾਂ ਸਮਝਣਾ ਵੀ ਜਿਹੜਾ ਉਹਨਾਂ ਨੇ ਫੈਸਲਾ ਕੀਤਾ, ਇਹ ਇੱਕ ਫੈਸਲਾ ਐਸਾ ਕੀਤਾ ਹੈ ਜਿਹੜਾ ਪੰਜਾਬ ਦੇ ਗਰੀਬ ਭਾਈਚਾਰੇ ਨੂੰ ਨਹੀਂ, ਜਿਵੇਂ ਮੈਂ ਕਿਹਾ ਕਿ ਦੋਨੋਂ ਗੱਲਾਂ, ਡਿਪਟੀ ਸੀਐਮ ਬਣਾਉਣਾ, ਇਹਦੇ ਨਾਲ ਸਾਡਾ ਜਿੰਨਾ ਦੇਸ਼ ਦਾ ਭਾਈਚਾਰਾ ਹੈ ਉਹ ਆਪਣੇ ਮਾਣ ਮਹਿਸੂਸ ਕਰੇਗਾ, ਇਹ ਪੋਲੀਟਿਕਸ ਵਿੱਚ ਆਏਗਾ, ਪੜ੍ਹਿਆ ਲਿਖਿਆ ਤਬਕਾ ਵੀ ਇਹਦੇ ਨਾਲ ਪੋਲੀਟਿਕਸ ਵਿੱਚ ਆਏਗਾ। ਸੀਐਮ, ਕਿਉਂਕਿ ਮੈਂ ਜਿਵੇਂ ਕਿਹਾ ਕਿ ਨਾ ਬਹੁਤ ਸਾਰੀਆਂ ਪਾਰਟੀਆਂ ਪੰਜਾਬ ਵਿੱਚ ਹੁਣ ਔਰ ਹਿੰਦੁਸਤਾਨ ਦੇ ਦੂਸਰੀਆਂ ਸਟੇਟਾਂ ਵਿੱਚ ਵੀ ਚੀਫ ਮਿਨਿਸਟਰ ਬਣਾਉਣ ਦੀ ਆਪਣੀ ਪਾਰਟੀ ਦਾ ਉਹ ਵੀ ਸੋਚਣਗੀਆਂ ਔਰ ਉਹ ਵੀ ਗੱਲ ਕਰਨਗੀਆਂ ਕਿ ਅਸੀਂ ਸ਼ਡਿਊਲ ਕਾਸਟ ਵੋਟ ਕਿਵੇਂ ਖਿੱਚ ਸਕਦੇ ਹਾਂ। ਭਾਜਪਾ ਵੀ ਇਹੀ ਕਹਿ ਰਹੀ ਹੈ ਹੁਣ ਜੇ ਪੰਜਾਬ ਦੇ ਵਿੱਚ ਜੇਕਰ ਸਰਕਾਰ ਆਉਂਦੀ ਤਾਂ ਅਸੀਂ ਸੀਐਮ ਹੀ ਦਲਿਤ ਭਾਈਚਾਰੇ ਦੇ ਵਿੱਚ ਚੁਣਾਂਗੇ। ਮੈਂ ਕਹਿੰਦਾ ਬੜਾ ਧੰਨਵਾਦ ਕਰਾਂਗਾ, ਮੈਂ ਜਿਹੜੀ ਪਾਰਟੀ, ਮੈਂ ਸਮਝਦਾ ਹਰ ਪਾਰਟੀ ਦਾ ਧੰਨਵਾਦ ਕਰਦਾ। ਮੈਂ ਆਪਣਾ ਜਿਹੜੀ ਜ਼ਿੰਦਗੀ ਦਾ ਸਿਆਸਤ ਕੋਈ ਮਤਲਬ ਪੈਸਾ ਇਕੱਠਾ ਕਰਨ ਨੂੰ ਨਹੀਂ ਸਮਝਦਾ। ਮੈਂ ਆਇਆ ਇਸ ਆਪਣੇ ਪਛੜੇ ਵਰਗ ਦੇ ਲੋਕਾਂ ਦੀ ਸੇਵਾ ਕਰਨ ਲਈ। ਜਿਹੜੀ ਪਾਰਟੀ ਮੇਰੇ ਭਾਈਚਾਰੇ ਦੀ ਭਾਈ ਸੇਵਾ ਕਰਨੀ ਚਾਹੁੰਦੀ ਹੈ ਐਜੂਕੇਸ਼ਨ ਦੇ ਵਿੱਚ, ਜੀ ਆਇਆ, ਜੀ ਸਦਕੇ। ਬਾਕੀ ਮੈਂ ਸਮਝਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਥਾਂ ਦੇ ਉੱਪਰ ਅੱਜ ਬੈਠੇ ਨੇ ਜਿਸ ਸੀਟ ਦੇ ਉੱਪਰ ਕਦੇ ਬਾਬਾ ਖੜਕ ਸਿੰਘ ਜੀ ਬੈਠੇ, ਕਦੇ ਹੋਰ ਬੈਠੇ, ਕਦੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਬੈਠੇ, ਕਦੇ ਜਿੱਥੇ ਸੰਤ ਲੌਂਗੋਵਾਲ ਜੀ ਬੈਠੇ, ਸੰਤ ਫਤਿਹ ਸਿੰਘ ਜੀ ਬੈਠੇ, ਤੋੜ ਸਾਹਿਬ ਬੈਠੇ ਔਰ ਤਲਵੰਡੀ ਸਾਹਿਬ ਬੈਠੇ, ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਜਿਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ, ਉਹਨਾਂ ਨੇ ਇਹ ਜ਼ਿੰਮੇਵਾਰੀਆਂ ਨਿਭਾਈਆਂ। ਮੈਂ ਸਮਝਣਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਖਾਸ ਕਰਕੇ, ਮੈਂ ਕਹਿੰਦਾ ਕਿ ਜੋ ਕਿਹਾ ਉਹ ਕੀਤਾ। ਇਸ ਲਈ ਮੈਂ ਅਰਦਾਸ ਕਰਾਂਗਾ ਕਿ ਸੱਚੇ ਪਾਤਸ਼ਾਹ ਸਰਦਾਰ ਸੁਖਬੀਰ ਸਿੰਘ ਜੀ ਨੂੰ ਇਹ ਮਤਲਬ ਸਮਰੱਥਾ ਬਖਸ਼ਣ, ਉਹਨਾਂ ਨੂੰ ਮਤਲਬ ਆਉਣ ਵਾਲੇ ਭਵਿੱਖ 'ਚ ਮਤਲਬ ਜਿਹੜਾ ਹੈ ਉਹ ਸੀਐਮ ਬਣੇ ਤੇ ਸਾਡੇ ਭਾਈਚਾਰੇ ਦਾ ਭਾਈ ਸੀਐਮ ਬਣੇ। ਇਸ ਤੋਂ ਵੱਡੀ ਖੁਸ਼ੀ ਮੈਨੂੰ ਹੋਰ ਕੋਈ ਨਹੀਂ ਹੋ ਸਕਦੀ। ਔਰ ਮੈਂ ਧੰਨਵਾਦ ਕਰਾਂਗਾ ਜਿੱਦਣ ਸ਼੍ਰੋਮਣੀ ਅਕਾਲੀ ਦਲ ਕਿਸੇ ਦਲਿਤ ਨੂੰ ਜਾਂ ਕੋਈ ਪਾਰਟੀ ਵੀ ਜਿਹੜੀ
ਜਿੱਦਣ ਕੋਈ ਸੀਐਮ ਜਾਂ ਡਿਪਟੀ ਸੀਐਮ ਬਣਾਏਗੀ ਮੈਂ ਧੰਨਵਾਦ ਕਰਾਂਗਾ ਉਹਨਾਂ ਸਾਰਿਆਂ ਦਾ। ਅਕਾਲੀ ਦਲ ਨਾਲ ਤੁਸੀਂ ਜੁੜੇ ਹੋਏ ਹੋ, ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹੋ। ਸੁਖਬੀਰ ਬਾਦਲ ਸਾਹਿਬ ਦਾ ਜਿਹੜਾ ਬਿਆਨ ਆਉਂਦਾ ਹੈ, ਠੀਕ ਹੈ, ਹੁਣ ਤੁਹਾਨੂੰ ਲੱਗਦਾ ਹੈ ਕਿ ਅਜਿਹੇ ਬਿਆਨ ਦੇ ਕੇ ਜਾਂ ਫਿਰ ਦਲਿਤ ਭਾਈਚਾਰੇ ਨੂੰ ਅੱਗੇ ਲਿਆ ਕੇ ਕਿ ਪੰਜਾਬ ਦੇ ਵਿੱਚ ਦੁਬਾਰਾ ਉਹ ਸੱਤਾ ਦੇ ਵਿੱਚ ਆ ਪਾਉਣਗੇ? ਇਹ ਨਹੀਂ, ਦੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਪਹਿਲੋਂ ਕਿ ਇਸ ਨੇ ਦੋ ਕੰਮ ਕੀਤੇ ਆ ਜਿਹੜਾ ਮੈਂ ਉਹਨਾਂ ਦਾ ਸਾਥ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ। ਇੱਕ ਤਾਂ ਇਹ ਕਿ ਮੇਰਾ ਗਰੀਬ ਭਾਈਚਾਰਾ ਜਿਹੜਾ ਉਹ ਰਾਜਨੀਤਿਕ ਤੌਰ ਤੇ ਪੋਲੀਟਿਕਸ ਵਿੱਚ ਆਉਣ ਦੇ ਬਾਰੇ ਸੋਚੇਗਾ, ਨੰਬਰ 1। ਨੰਬਰ 2 ਜਿਹੜਾ ਮੈਂ ਸਮਝਦਾ ਕਿ ਸਾਥ ਸੁਖਬੀਰ ਸਿੰਘ ਬਾਦਲ ਨੇ ਯੂਨੀਵਰਸਿਟੀ ਦਾ ਐਲਾਨ ਕੀਤਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਬਦੌਲਤ, ਜਿਨ੍ਹਾਂ ਦੀ ਬਦੌਲਤ ਚਾਹੇ ਕੋਈ IAS ਬਣਿਆ, ICS ਬਣਿਆ, IFS ਬਣਿਆ ਜਾਂ ਹੋਰ ਕੋਈ ਅਫਸਰ ਬਣਿਆ ਜਾਂ ਕੋਈ ਪੋਲੀਟੀਕਲ ਮੇਰੇ ਵਰਗਾ ਪਾਵਰ 'ਚ ਆਇਆ, ਉਹਦਾ ਬੇਸ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਰਿਜ਼ਰਵੇਸ਼ਨ ਆ। ਨਹੀਂ ਤਾਂ ਸਾਡੇ ਲੋਕ ਜਿਹੜੇ ਗਰੀਬ ਨੇ ਇਹਨਾਂ ਨੂੰ ਕਿਸੇ ਨੇ ਪਿੰਡ ਦਾ ਪੰਚ ਸਰਪੰਚ ਨਹੀਂ ਸੀ ਬਣ ਦੇਣਾ, ਹਿੰਦੁਸਤਾਨ ਦੀ ਸਰਕਾਰ ਦਾ ਤੇ ਡਿਪਟੀ ਸਪੀਕਰ ਬਣਾਉਣ ਦਾ ਤੇ ਕੋਈ ਸਵਾਲ ਹੀ। ਸਾਹਿਬ ਮੇਰਾ ਸਵਾਲ ਇਹ ਹੈ ਕਿ ਲੱਗਦਾ ਹੈ ਕਿ ਜਿਹੜੀ ਅਕਾਲੀ ਦਲ ਹੈ ਹੁਣ ਦਲਿਤ ਭਾਈਚਾਰੇ ਨੂੰ ਨਾਲ ਜੋੜ ਕੇ ਪੰਜਾਬ ਦੇ ਵਿੱਚ ਦੁਬਾਰਾ ਸੱਤਾ ਦੇ ਕਾਬਜ ਹੋ ਪਾਏਗੀ? ਡੈਫੀਨੇਟਲੀ ਮੈਂ ਸਮਝਦਾ ਕਿ ਇਹਨਾਂ ਦੇ ਡਿਪਟੀ ਚੀਫ ਮਿਨਿਸਟਰ ਦਾ ਐਲਾਨ ਕਰਨ ਨਾਲ ਮਤਲਬ ਦੋ ਮੈਂ ਕਹਿੰਦਾ ਜਿਹੜੀ ਇਹਨਾਂ ਨੇ ਕੀਤੀ ਹੈ ਸਾਡੇ ਤੇ ਬਹੁਤ ਵੱਡਾ ਆਸਾਨ ਕੀਤਾ, ਕਿਉਂਕਿ ਮੈਂ ਸਮਝਦਾ ਦੂਸਰੀਆਂ ਪਾਰਟੀਆਂ ਵੀ ਜਿਹੜੀ ਇਹ ਹੈ ਉਹ ਅੱਜ ਸਾਡੇ ਬਾਰੇ ਸੋਚਣਗੀਆਂ, ਵਰਨਾ ਨਹੀਂ ਤੇ 73 ਸਾਲ ਦੇ ਕਰੀਬ ਦੇਸ਼ ਨੂੰ ਆਜ਼ਾਦ ਹੋਇਆ ਔਰ ਪਿੰਡਾਂ ਵਿੱਚ ਅੱਜ ਵੀ ਮੇਰੀਆਂ ਬੱਚੀਆਂ ਮੈਂ ਵੇਖਿਆ ਉਹ ਤੀਲੇ ਚੁਗਦੀਆਂ ਫਿਰਦੀਆਂ ਰਾਤ ਨੂੰ ਰੋਟੀ ਪਕਾਉਣ ਲਈ। ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਤਿੰਨਾਂ ਦੇ ਵੱਲੋਂ ਹੁਣ ਇਹੀ ਐਲਾਨ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਐਸੀ ਭਾਈਚਾਰੇ ਨੂੰ ਅੱਗੇ ਲਿਆਇਆ ਜਾਏਗਾ। ਤੁਸੀਂ ਐਸੀ ਭਾਈਚਾਰੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਤੁਹਾਨੂੰ ਕੀ ਲੱਗਦਾ ਕਿ ਐਸੀ ਭਾਈਚਾਰਾ ਰੁਝਾਨ ਹੈ ਉਹ ਕਿਹੜੀ ਪਾਰਟੀ ਵੱਲ ਹੋਊਗਾ ਸਭ ਤੋਂ ਜ਼ਿਆਦਾ? ਦੇਖੋ ਜਿਹੜੀ ਪਾਰਟੀ ਵੀ ਇਹ ਕਹੇਗੀ ਜਿਵੇਂ ਇਹਨਾਂ ਨੇ ਕਿਹਾ, ਇਹ ਜ਼ਰੂਰੀ ਨਹੀਂ ਕਿ ਜੇ ਦੂਸਰੀਆਂ ਪਾਰਟੀਆਂ ਤਕਰੀਬਨ ਸਾਰੀਆਂ ਪਾਰਟੀਆਂ ਰਹੀਆਂ ਨੇ। ਦੇਖੋ ਇਹ ਕੋਈ ਜ਼ਰੂਰੀ ਨਹੀਂ, ਉਹਨਾਂ ਨੇ ਇਹ ਵੀ ਦੇਖਣਾ ਹੈ ਕਿ ਪਿਛਲਾ ਪਿਛੋਕੜ ਕੀ ਆ। ਮਿਸਾਲ ਦੇ ਤੌਰ ਤੇ ਵੀ ਆਇਆ ਕਿਸ ਪਾਰਟੀ ਨੇ ਸਾਡੇ ਨਾਲ ਵਾਅਦਾ ਕੀਤਾ ਤਾਂ ਕਿੰਨਾ ਕੁ ਪੂਰਾ ਕੀਤਾ, ਦੇਖਣ ਵਾਲੀ ਇਹ ਗੱਲ ਆ। ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ, ਜਿਨ੍ਹਾਂ ਦਾ ਮੈਂ ਧੰਨਵਾਦ ਵੀ ਕਰਦਾ, ਜਿਨ੍ਹਾਂ ਨੇ ਮੇਰਾ ਵੀ ਜੀਵਨ ਮਤਲਬ ਜੇ ਮੈਂ UN ਤੱਕ ਪਹੁੰਚਿਆ, ਇੰਟਰਨਲ ਆਡਿਟ ਮੈਂਬਰ ਇੰਟਰ ਪਾਰਲੀਮੈਂਟਰੀ ਯੂਨੀਅਨ ਦਾ ਬਣਿਆ, ਕਾਮਨਵੈਲਥ ਦਾ ਚੇਅਰਮੈਨ ਬਣਿਆ, ਵਾਈਸ ਚੇਅਰਮੈਨ ਬਣਿਆ, ਫਿਰ ਮੈਂ ਦੇਸ਼ ਦਾ ਡਿਪਟੀ ਸਪੀਕਰ ਬਣਿਆ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਆ। ਲੇਕਿਨ ਅਗਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਰਿਜ਼ਰਵੇਸ਼ਨ ਨਾ ਕੀਤੀ ਹੁੰਦੀ ਤਾਂ ਮੈਨੂੰ ਇਹਨਾਂ ਪਦਵੀਆਂ ਤੇ ਕੀ ਮੈਨੂੰ ਕਿਸੇ ਨੇ ਪੰਚ ਵੀ ਨਹੀਂ ਸੀ ਬਣਾਉਣਾ। ਇਸ ਕਰਕੇ ਮੈਂ ਸਮਝਦਾ ਇਸ ਐਲਾਨ ਦੇ ਨਾਲ ਜੋ ਸਾਥ ਸੁਖਬੀਰ ਸਿੰਘ ਬਾਦਲ, ਮੈਂ ਜਿਵੇਂ ਕਿ ਮੈਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਰਿਹਾ ਉਹ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਮੈਨੂੰ ਯਾਦ ਆ ਜਿਹੜਾ 1967-68 'ਚ ਜਦੋਂ ਬਾਦਲ ਸਾਹਿਬ ਪਹਿਲੀ ਵਾਰ ਚੀਫ ਮਿਨਿਸਟਰ ਬਣੇ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਬੱਚਿਆਂ ਦੀ ਪਿੰਡਾਂ ਵਿੱਚ ਧਰਮਸ਼ਾਲਾ ਬਣਾਵਾਂਗਾ, ਔਰ ਮੈਨੂੰ ਯਾਦ ਆ ਕਿ 10,000 ਰੁਪਈਆ ਉਹਨਾਂ ਨੇ ਪਿੰਡ ਦੀ ਪੰਚਾਇਤ ਲਈ ਪਛੜੇ ਵਰਗ ਦੇ ਲੋਕਾਂ ਦੀ ਬੱਚਿਆਂ ਲਈ ਧਰਮਸ਼ਾਲਾ ਕਿਹਾ ਤੇ ਉਹ ਬਣਾਈਆਂ। ਸਾਹਿਬ ਤੁਸੀਂ ਕਹਿੰਦੇ ਹੋ ਕਿ ਦੱਸ ਦੇਣ, ਮੇਰੀ ਬੇਨਤੀ ਹੈ ਵੀ ਕਿਉਂ ਸੁਖਬੀਰ ਸਿੰਘ ਬਾਦਲ ਕਰੇਗਾ, ਉਹ ਇਹ ਹੈ ਉਸ ਤੋਂ ਬਾਅਦ ਜੇ ਸਗਨ ਦੀ ਸਕੀਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਹੀ ਸ਼ਡਿਊਲ ਕਾਸਟ ਬੱਚਿਆਂ ਨੂੰ ਦੇਣ ਲਈ 5100 ਰੁਪਈਆ ਤਾਂ ਉਹ ਦਿੱਤਾ। ਮੋਗੇ ਕਾਨਫਰੰਸ ਮੈਨੂੰ ਯਾਦ ਹੈ ਸਰਦਾਰ, ਅਸੀਂ ਵੀ ਬੈਠੇ ਸੀ, ਮੈਂ ਵੀ ਉਹਦੇ 'ਚ ਬੋਲਿਆ, ਹੋਰ ਵੀ ਕੀ ਬੋਲੇ, ਮੈਂ ਬੈਠਾ ਸੀ ਪਿੱਛੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਲਾਨ ਕਰ ਰਿਹਾ ਸੀ ਕਿ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਚਾਹੁੰਦਾ ਹਾਂ ਕਿ ਭੁੱਖੇ ਨਾ ਸੌਣ ਦਿੱਤਾ ਜਾਵੇ ਰਾਤ, ਔਰ ਕਿਆ ਉਹਨਾਂ ਨੇ ਕਿਹਾ ਕਿ ਮੈਂ 4 ਰੁਪਏ ਕਿਲੋ ਆਟਾ ਔਰ 20 ਰੁਪਏ ਕਿਲੋ ਦਾਲ ਦਿਆਂਗਾ। ਜੇ ਬਾਦਲ ਸਾਹਿਬ ਨੇ ਐਲਾਨ ਕੀਤਾ ਤਾਂ ਉਹ ਦਿੱਤਾ। ਇਸੇ ਤਰ੍ਹਾਂ ਜੇ ਬਾਦਲ ਸਾਹਿਬ ਨੇ ਵਜ਼ੀਫੇ ਦੀ ਗੱਲ ਕੀਤੀ, ਬਜ਼ੁਰਗਾਂ ਨੂੰ ਪੈਨਸ਼ਨ ਦੇਣ ਦੀ ਗੱਲ ਕੀਤੀ, ਜੇ ਉਹ ਕਿਹਾ ਤੇ ਕੀਤਾ। ਮੇਰਾ ਮਤਲਬ ਇਹ ਹੈ ਇਸੇ ਤਰ੍ਹਾਂ ਸੁਖਬੀਰ ਬਾਦਲ ਸੀ। ਦੂਸਰੇ ਪਾਸੇ ਜੇ ਮੈਂ ਕੰਪੇਅਰ ਕਰਾਂ, ਹੁਣ ਮੈਂ ਬਹੁਤਾ ਉਸ ਪਾਸੇ ਤਾਂ ਨਹੀਂ ਜਾਂਦਾ, ਜੇ ਕੈਪਟਨ ਦੇ ਕਹੀਏ ਤੇ ਕੈਪਟਨ ਸਾਹਿਬ ਨੇ ਜੋ ਕਿਹਾ ਉਹਦੇ ਚੈੱਕ ਵੀ ਨਹੀਂ ਕੀਤਾ। ਉਹਨੇ ਕਾਂਗਰਸ ਤਾਂ ਕਹਿ ਰਹੀ ਸੀ ਜਿਹੜੇ ਵਾਅਦੇ ਕੀਤੇ ਸੀ ਪੂਰੇ ਕੀਤੇ ਨੇ, ਜੇਕਰ ਅਕਾਲੀ ਦਲ ਨੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਜਿਹੜਾ ਪਿਛਲੀ ਵਾਰ ਇਲੈਕਸ਼ਨਾਂ ਦੇ ਵਿੱਚ ਹਾਲ ਹੋਇਆ ਅਕਾਲੀ ਦਲ ਦਾ, ਉਹ ਹਾਲ ਦੇਖਣ ਨੂੰ ਨਾ ਮਿਲਦਾ ਅਕਾਲੀ ਦਲ ਨੂੰ। ਜੀ ਹੋਰ ਵਜ੍ਹਾ ਵੀ ਹੋ ਸਕਦੀ ਆ। ਦੇਖੋ ਮੈਂ ਸਮਝਦਾ ਕੈਪਟਨ ਸਾਹਿਬ ਨੇ ਗੁਟਕਾ ਹੱਥ 'ਚ ਲੈ ਕੇ ਗੱਲ ਕਹੀ ਕਿ ਮੈਂ ਹਰ ਕਿਸਾਨ, ਹਰ ਪਿੰਡ ਦੇ ਘਰ ਨੂੰ ਇੱਕ ਨੌਕਰੀ ਦਿਆਂਗਾ। ਕਿਆ ਦਿੱਤੀ?
ਨਹੀਂ ਦਿੱਤੀ, ਐਲਾਨ ਕੀਤਾ, ਐਲਾਨ ਹੀ ਰਹਿ ਗਿਆ। ਪਛੜੇ ਵਰਗ ਦੀਆਂ ਬੱਚੀਆਂ ਨੂੰ ਉਹਨੇ ਕਿਹਾ ਸੀ ਮੈਂ 51,000 ਰੁਪਈਆ ਸਗਨ ਦਿਆਂਗੇ, ਦਿੱਤਾ? ਕਿਆ ਐਲਾਨ ਕੀਤਾ, ਦਿੱਤਾ? ਨਹੀਂ ਦਿੱਤਾ। ਇਸੇ ਤਰ੍ਹਾਂ ਕਿਹਾ ਮੈਂ ਘਰ ਘਰ 'ਚ ਨੌਕਰੀ ਦਿਆਂਗਾ। ਔਰ ਫਿਰ ਵੱਡੀ ਗੱਲ ਇਹ ਹੈ, ਗੁਟਕਾ ਹੱਥ ਵਿੱਚ ਫੜ ਕੇ ਔਰ ਗੁਰਦੁਆਰਾ ਸਾਹਿਬ ਵੱਲੇ ਮੂੰਹ ਕਰਕੇ ਕਿਹਾ, ਦਮਦਮਾ ਸਾਹਿਬ ਵੱਲ, ਕਿ ਵੀ ਮੈਂ ਜਿਹੜਾ ਇਹ ਕੰਮ ਕਰਾਂਗਾ। ਲੇਕਿਨ ਉਹਨੇ ਵਾਅਦਾ ਕਰਕੇ ਮੈਂ ਕਹਿ ਸਕਦਾ ਕਿ ਕੋਈ ਕੰਮ ਜਿਹੜੇ ਸੀ ਨਾ ਉਹ ਨਹੀਂ ਕੀਤੇ। ਇਸ ਕਰਕੇ ਸਰਦਾਰ ਸੁਖਬੀਰ ਸਿੰਘ ਦੀ ਉਹ ਵਿਰਾਸਤ ਹੈ ਜਿਹੜਾ ਉਹ ਕਹਿੰਦੇ ਰਹੇ ਨੇ ਉਹ ਕਰਦੇ ਰਹੇ ਨੇ। ਤੇ ਮੈਂ ਸਮਝਦਾ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੇਗਾ। ਔਰ ਜੋ ਉਹਨੇ, ਮੈਂ ਸਮਝਦਾ ਪੜ੍ਹਾਈ ਵੱਲ ਖਾਸ ਕਰਕੇ ਉਹਨਾਂ ਦਾ ਧੰਨਵਾਦ ਕਰਦਾ, ਉਹ ਇਹ ਹੈ ਕਿ ਯੂਨੀਵਰਸਿਟੀ ਬਣਾਉਣ ਨਾਲ ਸਾਡੇ ਬੱਚਿਆਂ ਦੀ ਮੈਂ ਸਮਝਦਾ ਐਜੂਕੇਸ਼ਨ ਵੱਲ ਸਾਡੇ ਬੱਚਿਆਂ ਦਾ ਧਿਆਨ ਜਾਏਗਾ। ਇਸੇ ਕਰਕੇ ਮੈਂ ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਕਿਹਾ, ਐਜੂਕੇਟ, ਯੂਨਾਈਟ ਐਂਡ ਸਟਰਗਲ, ਮੈਂ ਇਸੇ ਸਿਧਾਂਤ ਨੂੰ ਸਮਝਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੋਚ ਕੇ ਉਹਨਾਂ ਨੇ ਇਹ ਕੰਮ ਆਰੰਭਿਆ। ਇਹ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਨਾਂ 'ਤੇ ਉਹਨਾਂ ਨੇ ਇੱਕ ਯੂਨੀਵਰਸਿਟੀ ਬਣਾਉਣ ਦਾ ਕੀਤਾ। ਇਹਦਾ ਮਤਲਬ ਹੈ ਕਿ ਸਾਡੇ ਗਰੀਬ ਭਾਈਚਾਰੇ ਦੇ ਐਜੂਕੇਸ਼ਨ ਵੱਲ ਉਹ ਚੇਚੇ ਤੌਰ 'ਤੇ ਧਿਆਨ ਦੇਣਗੇ। ਬਲਕਿ ਮੈਂ ਸਮਝਦਾ ਇਹਨਾਂ ਨੇ ਉਹ ਜਿਹੜੀ ਦੇਸ਼ ਵਿੱਚ ਸਰਕਾਰਾਂ ਬਣ ਰਹੀਆਂ ਨੇ ਉਹਨਾਂ ਦਾ ਵੀ ਧਿਆਨ ਗਰੀਬ ਲੋਕਾਂ ਦੀ ਬੱਚਿਆਂ ਵੱਲ ਜਾਏਗਾ। ਤੋ ਇਸ ਕਰਕੇ ਮੈਂ ਸਮਝਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ, ਕਿਉਂਕਿ ਸ਼੍ਰੋਮਣੀ ਅਕਾਲੀ ਦਾ ਇਤਿਹਾਸ ਇਹ ਹੈ ਕਿ ਜੋ ਕਹੀਦਾ ਕਰੀਦਾ, ਤੇ ਕਾਂਗਰਸ ਦਾ ਇਤਿਹਾਸ ਇਹ ਹੈ ਵੀ ਜੋ ਕਹਿਣਾ ਉਹਦੇ ਉਲਟ ਕਰਨਾ। ਅਟਵਾਲ ਸਾਹਿਬ, ਕੀ ਚੋਣਾਂ ਤੋਂ ਪਹਿਲਾਂ ਡਿਪਟੀ ਸੀਐਮ ਦਾ ਨਾਮ ਅਨਾਉਂਸ ਹੋ ਸਕਦਾ ਹੈ, ਜਾਂ ਫਿਰ ਕਿਹੜਾ ਤੁਸੀਂ ਹੋਵੋਗੇ ਜਾਂ ਫਿਰ ਕੋਈ ਹੋਰ ਕਿਹੜਾ ਬੰਦਾ ਹੋਊਗਾ? ਨਹੀਂ ਨਹੀਂ ਭਾਈ, ਪਾਰਟੀ ਦਾ ਕੰਮ ਫੈਸਲਾ, ਮੇਰਾ ਇਹਦੇ ਨਾਲ ਕਦੇ ਨਹੀਂ। ਮੈਂ ਇਹ ਯਕੀਨ ਮੰਨਿਓ, ਜੇ ਤੁਸੀਂ ਮੇਰੀ ਗੱਲ ਕਰੋ ਨਾ, ਮੈਂ ਸੋਚਦੇ ਹੋਵੋ, ਮੈਂ ਪਾਰਟੀ ਦੇ, ਜਿਵੇਂ ਮੈਂ ਕਿਹਾ, ਬੜਾ ਲੰਬਾ 63 ਸਾਲ ਬੜਾ ਲੰਬਾ ਸਫ਼ਰ ਹੁੰਦਾ। ਮੈਨੂੰ ਤਾਂ ਭਾਈ ਕਈ ਵਾਰ ਟਿਕਟ ਦੀ ਹਾਂ ਹੋਣੀ, ਕਈ ਵਾਰ ਨਾ ਹੋਣੀ। ਇੱਕ ਵਾਰ ਐਸਾ ਆਇਆ, ਮੈਂ ਹਲਕਾ ਦਾਖੇ ਦਾ MLA ਸੀ, ਸਿਟਿੰਗ MLA ਸੀ। ਪਹਿਲੀ ਲਿਸਟ ਜਦੋਂ ਆਈ ਤਾਂ ਮੇਰਾ ਨਾਂ ਹਲਕਾ ਦਾਖੇ 'ਚੋਂ ਆ ਗਿਆ। ਦੂਸਰਾ, ਜਦੋਂ ਚਮਕੌਰ ਸਾਹਿਬ ਖਾਲੀ ਹੋ ਗਿਆ, ਬੀਬੀ ਸਤਵੰਤ ਕੌਰ ਜੀ ਨੂੰ ਨਾਂ ਦਿੱਤੀ ਅਕਾਲੀ ਦਲ ਨੇ ਟਿਕਟ, ਉੱਥੇ ਭੱਜ ਦੌੜ ਸ਼ੁਰੂ ਹੋ ਗਈ। ਟੌੜਾ ਸਾਹਿਬ ਤੇ ਕਹਿਣ ਲੱਗੇ ਸਾਹਿਬ ਬਸੰਤ ਸਿੰਘ ਖਾਲਸਾ ਨੂੰ ਦਈਏ, ਤਲਵੰਡੀ ਸਾਹਿਬ ਕਹਿਣ ਲੱਗੇ ਡਾਕਟਰ ਭਗਤ ਸਿੰਘ ਨੂੰ ਦੇਣੀ ਹੈ ਚਮਕੌਰ ਸਾਹਿਬ। ਅਖੀਰੀ ਜੀ ਮੇਰੀ ਬਦਕਿਸਮਤੀ, ਰਵੀ ਇੰਦਰ ਜੀ ਕਹਿੰਦੇ ਇਹਨਾਂ ਦੋਨਾਂ ਨੂੰ ਛੱਡੋ ਤੇ ਤੁਸੀਂ ਸਾਨੂੰ ਚਰਨਜੀਤ ਸਿੰਘ ਦੇ ਦਿਓ। ਲਓ ਜੀ, ਦੂਸਰੀ ਲਿਸਟ ਆਈ, ਮੇਰਾ ਨਾਂ ਉਹਦੇ 'ਚ ਆ ਗਿਆ। ਜਦੋਂ ਨਾਂ ਆ ਗਿਆ, ਮੈਂ ਉਹਨਾਂ ਦਿਨਾਂ 'ਚ ਇਲੈਕਸ਼ਨ ਕਾਫੀ ਲੰਮਾ ਸਮਾਂ ਚੱਲਦੀ ਸੀ। ਲਓ ਜੀ, ਮੈਂ 3-4 ਮਹੀਨੇ ਕਨਵੈਸਿੰਗ ਵੀ ਕਰਦਾ ਰਿਹਾ, ਪਾਰਟੀ ਵਾਲੇ ਲੋਕ ਵੀ ਮੇਰੇ ਨਾਲ ਚੱਲਦੇ ਰਹੇ। ਔਰ ਜਦੋਂ ਮੈਨੂੰ ਸਿੰਬਲ ਵੀ ਦੇ ਦਿੱਤਾ, ਜਦੋਂ ਸਿੰਬਲ ਵੀ ਦੇ ਦਿੱਤਾ ਤੇ ਮੈਂ ਜਦੋਂ ਅੰਦਰ ਲੈ ਕੇ ਵੜਿਆ, 5 ਮਿੰਟ ਬਾਅਦ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਸਾਹਿਬ ਨੇ ਸਿੰਬਲ ਦੇ ਦਿੱਤਾ, ਤਲਵੰਡੀ ਸਾਹਿਬ ਨੇ। ਤੇ ਮੈਂ ਜਦੋਂ ਮੈਨੂੰ ਲੈ ਕੇ ਗਈ ਅੰਦਰ, ਤੇ ਮੈਨੂੰ ਇਸ ਨੇ ਪੁੱਛਦਾ, ਦੱਸੋ ਜੀ ਕੀ ਕਰਨਾ? ਮੈਂ ਕਿਹਾ ਜੀ ਇਹ ਹੁਣ ਕਿਉਂਕਿ ਸਿੰਬਲ ਮੇਰੇ ਮਗਰੋਂ ਲੈ ਕੇ ਆਈ ਆ, ਇਸ ਕਰਕੇ ਮੈਂ ਚਾਹੁੰਦਾ ਵੀ ਹੁਣ ਤੁਸੀਂ ਸਿੰਬਲ ਤਾਂ ਇਹਨੂੰ ਦੇ ਦਿਓ, ਤੇ ਵਿਡਰਾ ਮੈਂ ਜਿਹੜਾ ਆਪਣੀ ਪਾਰਟੀ ਹਾਈ ਕਮਾਂਡ ਨੂੰ ਪੁੱਛ ਕੇ ਕਰਾਂਗਾ। ਲਓ ਜੀ, ਮੈਂ ਉਹਦੇ ਜਦੋਂ ਇਹ ਕਰਕੇ ਨਿਕਲਿਆ ਬਾਹਰ, ਤੇ 3-4 ਹਜ਼ਾਰ ਦਾ ਇਕੱਠ ਜਿਹੜਾ ਸੀ ਉਹ ਬਾਹਰ ਇਕੱਠਾ ਹੋਇਆ ਸੀ। ਉਹ ਮੈਨੂੰ, ਜਿਨ੍ਹਾਂ 'ਚੋਂ ਮੈਨੂੰ ਅਜੇ ਵੀ ਨਾਂ ਯਾਦ ਨੇ, ਪ੍ਰਿੰਸੀਪਲ ਹਰਚੰਦ ਸਿੰਘ ਜੀ ਹੁੰਦੇ ਸੀ, ਉਹ ਹੋਰ ਵੀ 94 ਜਿੰਨੀ ਜਥੇਬੰਦੀ ਸੀ ਉੱਥੋਂ ਦੀ ਸਾਰੀ, ਉਹ ਕਿ ਆਪਾਂ ਤਾਂ ਇਲੈਕਸ਼ਨ ਲੜਨੀ ਹੈ। ਮੈਂ ਕਿਹਾ ਨਹੀਂ, ਮੈਂ ਨਹੀਂ ਇਲੈਕਸ਼ਨ ਲੜਨੀ। ਮੈਂ ਉਹ ਕਹਿਣ ਲੱਗੇ ਆਪਾਂ ਜਿੱਤ ਜਾਵਾਂਗੇ। ਮੈਂ ਕਿਹਾ ਮੈਂ ਆਪਣੇ ਮੱਥੇ ਤੇ ਕਲੰਕ ਨਹੀਂ ਲੈਣਾ। ਫਰਜ਼ ਕਰੋ ਮੈਂ ਜਿੱਤ ਵੀ ਜਾਵਾਂ ਤੇ ਮੇਰੇ ਮੱਥੇ ਤੇ ਸਾਰੀ ਉਮਰ ਕਲੰਕ ਰਹਿਣਾ ਵੀ ਦੇਖੋ ਜੀ ਪਾਰਟੀ ਦਾ ਕੈਂਡੀਡੇਟ ਹਰਾ ਕੇ ਆਪ MLA ਬਣ ਗਿਆ। ਮੈਂ ਕਿਹਾ ਮੈਂ ਕਲੰਕ ਨਹੀਂ ਲੈਣਾ। ਹੋਣਾ ਇਹ ਆ ਕਿ ਆਪਾਂ 4-5 ਹਜ਼ਾਰ ਵੋਟ ਲੈ ਜਾਣੀ ਆ ਔਰ ਬੀਬੀ ਸਤਵੰਤ ਕੌਰ ਜੀ ਨੇ ਹਾਰ ਜਾਣਾ। ਵਾਕਿਆ ਤੁਸੀਂ ਯਕੀਨ ਕਰਿਆ ਜੇ, ਵੇਖ ਵੀ ਲਿਆ ਜੇ ਕਿ ਬੀਬੀ ਜਿੱਤੀ ਉਦੋਂ 2,500 ਤੇ। ਮੈਂ ਸਿੰਬਲ ਦੇ ਕੇ 4 ਮਹੀਨੇ ਕੋਸ਼ਿਸ਼ ਵੀ ਕਰਤਾ, ਸਿੰਬਲ ਵੀ ਦੇ ਦਿੱਤਾ। ਈਵਨ ਦੈਨ ਮੇਰੇ ਕੋਲ ਟਿਕਟ ਖੁੱਸਣ ਦੇ ਬਾਵਜੂਦ ਵੀ ਮੈਂ ਪਾਰਟੀ ਦੇ ਨਾਲ ਰਿਹਾ, ਨਹੀਂ ਬਗਾਵਤ ਕੀਤੀ। ਰਿਜ਼ਲਟ ਨਿਕਲਿਆ ਉਹੋ ਹੀ ਲੀਡਰ, ਜਿਨ੍ਹਾਂ ਲੀਡਰਾਂ ਨੇ ਮੇਰੀ ਟਿਕਟ ਕੱਟੀ ਸੀ, ਉਹੀ ਮੁੜ ਕੇ ਮੈਨੂੰ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਫਿਰ ਮੈਨੂੰ ਪਾਰਲੀਮੈਂਟ ਦਾ 85 'ਚ ਮੈਂਬਰ ਬਣਾ ਦਿੱਤਾ। ਅਟਵਾਲ ਸਾਹਿਬ, ਇੱਕ ਮੇਰਾ ਆਖਰੀ ਸਵਾਲ,
ਇਲੈਕਸ਼ਨ ਨੇੜੇ ਆ ਰਹੀਆਂ ਨੇ, ਚੋਣਾਂ ਨੇੜੇ ਆ ਰਹੀਆਂ ਨੇ, ਹੁਣ ਕੀ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਬਹੁਜਨ ਸਮਾਜਵਾਦੀ ਪਾਰਟੀ ਉਹਦੇ ਨਾਲ ਦਲਿਤ ਭਾਈਚਾਰਾ ਕਾਫੀ ਜੁੜਿਆ ਹੋਇਆ ਹੈ। ਕੀ ਅਕਾਲੀ ਦਲ ਦੇ ਵੱਲੋਂ ਪਹੁੰਚ ਕੀਤੀ ਜਾਊਗੀ ਜਾਂ ਗਠਬੰਧਨ ਕੀਤਾ ਜਾਊਗਾ ਜਾਂ ਫਿਰ ਇਕੱਲੇ ਹੀ ਇਲੈਕਸ਼ਨ ਲੜੀ ਜਾਊਗੀ? ਇਹ ਦੇਖੋ, ਇਹ ਜੀ ਪਾਰਟੀ ਹਾਈ ਕਮਾਂਡ ਦਾ ਕੰਮ ਆ। ਐਵੇਂ ਮੈਂ ਉੱਥੇ ਸ਼ੇਖੀ ਮਾਰ ਦਿਆਂ, ਮੈਂ ਕਹਿ ਦਿਆਂ, ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ। ਨਾ ਸਾਡੇ ਨਾਲ ਜੇ ਕੋਈ ਗੱਲ ਹੋਈ ਹੈ ਕਿ ਭਾਈ ਆਪਾਂ, ਉਹਨਾਂ ਨੇ ਆਪਣੇ ਸੱਜਣਾਂ ਨਾਲ ਕੀਤੀ ਉਹ ਗੱਲ, ਮੇਰੇ ਨਾਲ ਨਹੀਂ ਅਜੇ ਤੱਕ ਗੱਲ ਹੋਈ। ਹਾਂ, ਬਾਕੀ ਉਹਨਾਂ ਦੇਖੋ, ਇਹ ਫੈਸਲੇ ਪਾਰਟੀਆਂ ਕਰਦੀ ਹੈ, ਇਹ ਉਹਨਾਂ ਦੇ ਅਧਿਕਾਰ ਖੇਤਰ 'ਚ ਹੈ ਵੀ ਕਿਹੜੀ ਪਾਰਟੀ ਨਾਲ ਸਮਝੌਤਾ। ਬਾਕੀ ਅਸੀਂ ਕੋਰ ਕਮੇਟੀ ਨੇ, ਮੈਂ ਵੀ ਮੈਂਬਰ ਹਾਂ, ਅਸੀਂ ਉਹਨਾਂ ਨੂੰ ਅਧਿਕਾਰ ਦਿੱਤੇ ਆ ਵੀ ਭਾਈ ਤੁਸੀਂ ਜਿਹਦੇ ਨਾਲ ਮਰਜ਼ੀ ਫੈਸਲਾ ਕਰੋ। ਸੋ ਇਹ ਸਨ ਚਰਨਜੀਤ ਸਿੰਘ ਅਟਵਾਲ ਨੂੰ ਨੇ, ਜਿਨ੍ਹਾਂ ਨੇ ਸੁਖਬੀਰ ਬਾਦਲ ਜੀ ਦੇ ਜਿਹੜਾ ਕਿ ਡਿਪਟੀ ਸੀਐਮ ਅਨਾਉਂਸ ਦਾ ਧੰਨਵਾਦ ਕੀਤਾ। ਉੱਥੇ ਇਹ ਵੀ ਗੱਲ ਕਹੀ ਹੈ ਕਿ ਇਹ ਸਿਰਫ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਵੀ ਜੋ ਕਹਿੰਦੀ ਹੈ ਉਹ ਕਰਦੀ ਹੈ, ਔਰ ਜੇਕਰ ਸੱਤਾ ਦੇ ਵਿੱਚ ਜਿਹੜੀ ਕਿ ਪਾਰਟੀ ਇਸ ਟਾਈਮ ਕਾਂਗਰਸ ਬੈਠੀ ਹੈ, ਉਹਨਾਂ ਦੇ ਵੱਲੋਂ ਵਾਅਦੇ ਤਾਂ ਵੱਡੇ ਕੀਤੇ ਗਏ ਸੀ, ਪਰ ਕੋਈ ਵੀ ਵਾਅਦਾ ਜਿਹੜਾ ਕਿ ਪੂਰਾ ਨਹੀਂ ਕੀਤਾ ਗਿਆ। ਔਰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ 2022 ਦੀਆਂ ਚੋਣਾਂ, ਜਿਹੜਾ ਉਹਨਾਂ ਦੇ ਵੱਲੋਂ ਦਲਿਤ ਭਾਈਚਾਰੇ ਦਾ ਸੀਐਮ ਐਲਾਨਿਆ ਗਿਆ ਵਾ, ਵੀ ਉਹਦੇ ਵਿੱਚ ਅਕਾਲੀ ਦਲ ਆਪਣੀ ਪਾਰਟੀ ਦੀ ਪੰਜਾਬ ਦੇ ਵਿੱਚ ਜਿਹੜੀ ਕਿ ਸੱਤਾ ਦੇ ਵਿੱਚ ਕਾਬਜ ਹੋਣ 'ਚ ਕਾਮਯਾਬ ਰਹੇਗਾ। ਕੈਮਰਾ ਪਰਸਨ ਪਵਨ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। पंडित राधे शर्मा, चमत्कार हुंदे वेखो अपनी अखां दे सामने, 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो तुहानूं मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।